तो मेरा मानना है कि बच्चों को जो है अलग अलग तरह के अवसर मिलेंगे। जब बच्चे छठी सातवीं में आएंगे तो उनको अलग अलग विषयों को पढ़ने का मौका मिलेगा और अपनी पसंद के अनुसार, अपनी क्षमता के अनुसार वो अलग अलग विषयों का अध्ययन कर पाएंगे। पुरानी सिੱਖਿਆ ਨੀਤੀ ਦੀ ਗੱਲ ਕੀਤੀ ਤੁਸੀਂ, ਉਹ ਤਾਂ ਪੁਰਾਣਾ ਸਿਸਟਮ ਉਵੇਂ ਦਾ ਹੀ ਸੀ। ਉਸ ਤੋਂ ਬਾਅਦ ਜਦੋਂ ਬੱਚਾ ਕੋਈ 10th ਪਾਸ ਕਰਦਾ, ਅੱਗੇ ਕੀ ਕਰਨਾ ਜੀ, ਪੰਜਾਬੀ ਦੇ ਐਮਏ ਕਰ ਲਓ, ਹਿਸਟਰੀ ਦੇ ਐਮਏ ਕਰ ਲਓ, ਉਹ ਵਿਸ਼ੇ ਹੁਣ ਪੁਰਾਤਨ ਹੋ ਗਏ ਨੇ। ਕਿਵੇਂ ਵੇਖਦੇ ਹੋ ਇਸ ਸਾਰੇ ਨੂੰ? मेरा ये मानना है कि अगर बच्चों को सही उम्र के अंदर जो है कौशल सिखाए जाएंगे तो वो अंकों वाली डिग्री के साथ साथ जो है अच्छी तरह से स्किल भी जान पाएंगे और बेहतर रोज़गार उनको मिल पाएंगे। +2 ਕਰਕੇ ਬਾਹਰ ਦਾ ਰੁੱਖ ਕਰ ਲਿਆ ਸੀਗਾ, ਬਾਹਰ ਜਾਣ ਦਾ। ਹੁਣ ਉੱਥੇ ਬਹੁਤ ਜ਼ਿਆਦਾ ਕ੍ਰਾਈਸਿਸ ਵੱਧ ਚੁੱਕੇ ਨੇ, ਜੌਬ ਨਹੀਂ ਹੈਗੀਆਂ। ਤਾਂ ਮੈਂ ਤੁਹਾਨੂੰ ਇਹੀ ਇੱਕ ਰਿਕੁਐਸਟ ਹੀ ਕਰਨਾ ਚਾਹਾਂਗਾ ਵੀ ਸਿੰਸੀਅਰਲੀ, ਮਤਲਬ ਬਹੁਤ ਧਿਆਨ ਨਾਲ ਸਿੱਖਿਆ ਕਰੋ, ਪੜ੍ਹਾਈ ਪੂਰੀ ਕਰੋ, ਅੱਛੇ ਮਾਰਕ ਲੈ ਕੇ, ਅੱਛੇ ਨੰਬਰ ਲੈ ਕੇ ਤੁਸੀਂ ਇੱਥੇ ਹੀ ਬਹੁਤ ਜ਼ਿਆਦਾ ਸਕੋਪ ਹੈਗੇ ਨੇ। ਨਵੀਂ ਸਿੱਖਿਆ ਨੀਤੀ ਦੇ ਬਹੁਤ ਕੁਝ ਨਵਾਂ ਆ ਰਿਹਾ ਹੈਗਾ। ਬਹੁਤ ਲੋਕ ਇਹਨੂੰ ਕਹਿ ਰਹੇ ਆ ਕਿ ਇਹਦਾ ਨਿੱਜੀਕਰਨ ਹੋ ਰਿਹਾ, ਪ੍ਰਾਈਵੇਟ ਹੋ ਰਹੀ ਆ ਜ਼ਿਆਦਾ, ਬਹੁਤ ਜ਼ਿਆਦਾ ਗੱਲਾਂ ਕਹਿ ਕੇ ਕ੍ਰਿਟੀਸਾਈਜ਼ ਕੀਤਾ ਜਾ ਰਿਹਾ। ਬੱਚਾ ਜਦੋਂ 8-9 ਸਾਲ ਦਾ ਹੁੰਦਾ ਉਸ ਤੋਂ ਬਾਅਦ ਤੁਸੀਂ ਇਹਨੂੰ, ਬੱਚੇ ਨੂੰ ਸਟੱਡੀ ਵੱਲ ਲੈ ਕੇ ਜਾਓ। ਪਹਿਲਾਂ ਉਹਨੂੰ ਸਿਰਫ ਇੱਕ ਟੋਇਜ਼ ਨਾਲ ਜਾਂ ਉਹਦਾ ਸਿਖਾਓ, ਪ੍ਰੈਕਟੀਕਲੀ ਸਿਖਾਓ। ਜਿਵੇਂ ਪਲਾਂਟ ਹੈ, ਪੜ੍ਹਾਉਣ ਦੀ ਲੋੜ ਨਹੀਂ ਹੈ, ਉਹਨੂੰ ਪਲਾਂਟ ਦਿਖਾਓ ਵੀ ਇਹ ਪਲਾਂਟ ਹੈ। ਇਹ ਸਿੱਖਿਆ ਨੀਤੀ ਵਧੀਆ ਹੈਗੀ ਹੈ, ਇਸਦਾ ਕੋਈ ਇੱਦਾਂ ਦਾ ਕੋਈ ਮਤਲਬ ਨਹੀਂ ਹੈਗਾ। ਬਾਕੀ ਹਰ ਇੱਕ ਦੀ ਸਮਝ ਅਲੱਗ-ਅਲੱਗ ਹੈਗੀ ਹੈ। ਪਰ ਹੁਣ ਤਾਂ ਤੁਸੀਂ ਵਜਨ ਦੀ ਗੱਲ ਕੀਤੀ, ਹੁਣ ਤਾਂ ਨਰਸਰੀ ਤੋਂ ਲੈ ਕੇ LKG ਦੇ ਬੱਚਿਆਂ ਦੇ ਵੀ ਇੰਨੇ ਬਸਤੇ ਭਾਰੀ ਕਿ ਬੱਚੇ ਵਿਚਾਰੇ ਬੁਰਾ ਹਾਲ ਹੋ ਜਾਂਦਾ। ਇਹੀ ਗੱਲ ਮੈਂ ਸਰ ਕਰ ਰਿਹਾ, ਜਿਹੜੀ NEP ਹੈ, ਨਵੀਂ ਸਿੱਖਿਆ ਨੀਤੀ, ਇਹੀ ਕਹਿੰਦੀ ਹੈ ਵੀ 5th ਕਲਾਸ ਤੱਕ ਬੁੱਕਸ ਵੀ ਨਾ ਦਿਓ ਚਾਹੇ ਬੱਚੇ ਨੂੰ। ਉਹ ਇਹੀ ਹੈ, ਪ੍ਰੈਕਟੀਕਲ ਸਿਖਾਓ ਬੱਚੇ ਨੂੰ, ਬੁੱਕਸ ਨਾ ਹੋ, ਪ੍ਰੈਕਟੀਕਲ ਸਿਖਾਓ। ਬੁੱਕਸ ਦਾ ਤਾਂ ਕੰਮ ਹੀ ਨਹੀਂ ਰਹਿਣਾ ਹੈਗਾ, ਬਹੁਤ ਛੋਟੇ ਬੱਚੇ ਵਾਸਤੇ ਬੁੱਕਸ ਦਾ ਕੋਈ ਕੰਮ ਨਹੀਂ ਰਹਿਣਾ। ਦੇਖਿਓ, ਸਿੱਖਿਆ ਦਾ ਮੇਨ ਉਦੇਸ਼ ਹੈਗਾ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ। ਇਹਦਾ ਬੇਸ ਹੈਗਾ ਕਿ ਜਿਹੜੀ ਬੇਸਿਕ ਆਪਣੀ ਨੌਲੇਜ ਹੈਗੀ ਹੈ, ਬੱਚੇ ਦਾ ਜਿਹੜਾ ਗਿਆਨ ਹੈ, ਸਭ ਤੋਂ ਵੱਡੀ ਚੀਜ਼ ਹੈ ਕਿ ਅੱਜ ਦੇ ਸੰਸਕਾਰ ਜਿਹੜੇ ਕਿ ਐਕਚੁਅਲੀ ਲੁਪਤ ਹੋ ਰਹੇ ਨੇ। ਅਤੇ ਐਜੂਕੇਸ਼ਨ ਦੇ ਵਿੱਚ ਬੱਚੇ ਨੂੰ ਐਕਚੁਅਲੀ ਕੀ ਹੈ, ਪੁਰਾਣੇ ਸਮੇਂ ਤੋਂ ਇੱਕ ਪੁਰਾਣੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਜਿਹੜੀ ਕਿ ਸਾਡੇ ਕਿਸੇ ਕੰਮ ਦੇ ਵਿੱਚ ਕਈ ਜਗ੍ਹਾ 'ਤੇ ਨਹੀਂ ਆਉਂਦੀਆਂ ਨੇ, ਰਾਈਟ। ਲੇਕਿਨ ਹੁਣ ਅੱਜ ਦੀ ਜਿਹੜੀ ਡਿਮਾਂਡ ਹੈ ਲੇਟੈਸਟ, ਉਹ ਹੈਗੀ ਹੈ ਕਿ ਬੱਚਾ ਸਕਿੱਲਫੁਲ ਹੋਣਾ ਚਾਹੀਦਾ, ਉਹਨੂੰ ਹਰ ਚੀਜ਼ ਆਉਣੀ ਚਾਹੀਦੀ ਹੈ, ਬੱਚਾ ਆਲਰਾਊਂਡਰ ਹੋਣਾ ਚਾਹੀਦਾ। ਲੇਕਿਨ ਨਵੀਂ ਪਾਲਿਸੀ ਦੇ ਵਿੱਚ ਜਿਹੜਾ ਕਿ ਹੈਗਾ ਵੀ ਇੱਕ ਕਿਸੇ ਵੀ ਸਟੇਟ ਦਾ ਜਿਹੜੀ 5ਵੀਂ ਤੱਕ ਦੀ ਐਜੂਕੇਸ਼ਨ ਹੈ ਉਹ ਸਟੇਟ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਹੈ। ਜਿੱਦਾਂ ਆਪਾਂ ਪੰਜਾਬ 'ਚ ਰਹਿੰਦੇ ਹਾਂ ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ, ਮਾਤਰੀ ਭਾਸ਼ਾ ਹੈ। ਨੈਚੁਰਲੀ ਹੈ ਜੇ ਬੱਚਾ 5ਵੀਂ ਤੱਕ ਪੰਜਾਬੀ ਪੜ੍ਹੇਗਾ ਚੰਗੀ ਤਰ੍ਹਾਂ ਅਤੇ ਉਹ ਕਿਸੇ ਵੀ ਸਬਜੈਕਟ ਨੂੰ ਉਹਦੇ ਵਿੱਚ ਸਮਝੂਗਾ। ਅਤੇ ਇਹ ਕੋਈ ਇੰਨਾ ਵੱਡਾ ਚੈਲੰਜ ਨਹੀਂ ਹੈਗਾ। ਇਹ ਚੈਲੰਜ ਉਹਨਾਂ ਵਾਸਤੇ ਹੈ ਜਿਹੜੇ ਕਿ ਜਿਨ੍ਹਾਂ ਨੇ ਇੰਗਲਿਸ਼ ਸ਼ੁਰੂ ਤੋਂ ਇੰਗਲਿਸ਼ ਹੀ ਬੋਲੀ ਹੈ, ਉਹਨਾਂ ਨੂੰ ਪੰਜਾਬੀ ਬੋਲਣੀ ਔਖੀ ਹੈ। ਪਰ ਜੇ ਆਪਾਂ ਜਿਹੜੀ ਸਟੇਟ 'ਚ ਰਹਿ ਰਹੇ ਨੇ, ਜਿਹੜੇ ਦੇਸ਼ 'ਚ ਰਹਿ ਰਹੇ ਨੇ, ਜੇ ਅਸੀਂ ਮਾਤਰੀ ਭਾਸ਼ਾ ਨਹੀਂ ਬੋਲਾਂਗੇ, ਅਸੀਂ ਮਾਂ ਬੋਲੀ ਨਹੀਂ ਬੋਲਾਂਗੇ, ਜੇ ਅਸੀਂ ਉਹਦਾ ਸਤਿਕਾਰ ਨਹੀਂ ਕਰਾਂਗੇ, ਤਾਂ ਫਿਰ ਅਸੀਂ ਕਰਾਂਗੇ ਕੀ? ਅਤੇ ਹੁਣ ਸਾਡਾ ਬੱਚਾ ਤਾਂ ਇੰਗਲਿਸ਼ ਬੋਲੇ, ਉਹ ਸੁਣ ਕੇ ਬੜੇ ਖੁਸ਼ ਹੁੰਦੇ ਆ ਕਿ ਬੱਚਾ ਇੰਗਲਿਸ਼ ਬੋਲੇ। ਉਹ ਕਈ ਸਕੂਲਾਂ ਦੀ ਕਹਿ ਲਓ ਮਜਬੂਰੀ ਹੋ ਜਾਂਦੀ ਹੈ ਸਕੂਲ ਵਾਲਿਆਂ ਦੀ, ਚਾਹੇ ਐਡਮਿਸ਼ਨ ਪਰਪਜ਼ ਲਈ ਹੈਗਾ ਹੈ, ਚਾਹੇ ਬੱਚੇ ਦੇ ਸਟੈਂਡਰਡ ਲਈ ਹੈਗਾ ਹੈ। ਪਰ ਨੋ ਡਾਊਟ ਸਾਡੇ ਵਰਗੇ ਜਿਹੜੇ ਪਹਿਲਾਂ ਪੰਜਾਬੀ ਪੜ੍ਹਾਉਂਦੇ ਆ, ਉਸ ਤੋਂ ਬਾਅਦ ਉਹਨੂੰ ਇੰਗਲਿਸ਼ ਪੜ੍ਹਾਉਂਦੇ ਆ, ਕਿਉਂਕਿ ਹਰ ਮਾਂ ਪਿਓ ਚਾਹੁੰਦਾ ਵੀ ਮੇਰਾ ਬੱਚਾ ਇੰਗਲਿਸ਼ ਬੋਲੇ, ਹੈ ਨਾ, ਅਤੇ ਇੰਗਲਿਸ਼ 'ਚ ਗੱਲ ਕਰੇ, ਕਿਤੇ ਬੈਠੇ ਜਾ ਕੇ ਉਹਨਾਂ ਦੇ ਨਾਲ ਇੰਗਲਿਸ਼ 'ਚ ਗੱਲ ਕਰੇ ਅਤੇ ਉਹਨੂੰ ਉਹ ਮਾਣ ਫੀਲ ਕਰਦੇ ਆ। ਅਤੇ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਵੱਡਾ ਚੈਲੰਜ ਹੈਗਾ। ਇਹ ਚੈਲੰਜ ਸਿਰਫ ਸਾਡੇ ਸੋਚ ਦਾ ਹੈ ਕਿ ਅਸੀਂ ਸੋਚਦੇ ਕਿਵੇਂ, ਮਤਲਬ ਕਿਸੇ ਚੀਜ਼ ਨੂੰ ਆਪਾਂ ਬਹੁਤ ਵੱਡਾ ਲੈ ਲਈਏ ਅਤੇ ਉਹ ਭਾਰੀ ਹੋ ਜਾਂਦੀ ਹੈ, ਮੁਸ਼ਕਿਲ ਸਮਝੀਏ ਅਤੇ ਬੜਾ ਮੁਸ਼ਕਿਲ ਹੋ ਜਾਂਦਾ ਹੈ। ਨਵੀਂ ਸਿੱਖਿਆ ਨੀਤੀ ਨਵਾਂ ਇੱਕ ਸਵੇਰਾ ਲੈ ਕੇ ਆਊਗੀ ਐਜੂਕੇਸ਼ਨ ਦੇ ਖੇਤਰ 'ਚ? ਦੇਖੋ, ਉਮੀਦ ਤਾਂ ਹੈਗੀ ਹੈ, ਬਾਕੀ ਡਿਪੈਂਡ ਕਰਦਾ ਇਹਦੇ ਮੈਰਿਟਸ ਡੀਮੈਰਿਟਸ। ਮੈਂ ਤੁਹਾਨੂੰ ਦੱਸਿਆ ਵੀ ਡਿਪੈਂਡ ਕਰਦਾ ਜਦੋਂ ਕੋਈ ਚੀਜ਼ ਇੰਪਲੀਮੈਂਟ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਮੈਰਿਟਸ ਅਤੇ ਡੀਮੈਰਿਟਸ, ਮਤਲਬ ਕੀ ਚੰਗਾ ਕੀ ਮਾੜਾ ਬਣੂਗਾ, ਉਹ ਬਾਅਦ ਦੇ ਵਿੱਚ ਪਤਾ ਲੱਗਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਨਾਲ। ਮੈਂ ਹਰਜਿੰਦਰ ਸਿੱਧੂ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਿੱਖਿਆ ਨਾਲ ਜੁੜੇ ਹੋਏ ਉਹਨਾਂ ਮਾਹਿਰਾਂ ਨਾਲ ਕਿ ਪੁਰਾਣੀ ਸਿੱਖਿਆ ਨੂੰ ਕਿਵੇਂ ਵੇਖਦੇ ਆ, ਨਵੀਂ ਸਿੱਖਿਆ ਨੀਤੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ, ਮੌਜੂਦਾ ਜੋ ਸਿੱਖਿਆ ਪ੍ਰਣਾਲੀ ਹੈ ਉਹ ਯੂਥ ਲਈ ਕਿਹੋ ਜਿਹੀ ਹੈ। ਅਤੇ ਇਹਨਾਂ ਸਾਰੇ ਆਪਾਂ ਸਵਾਲਾਂ 'ਤੇ ਗੱਲਬਾਤ ਕਰਾਂਗੇ। ਪ੍ਰਿੰਸੀਪਲ DP ਗੁਲੇਰੀਆ ਜੀ ਸਾਡੇ ਨਾਲ ਜੁੜੇ ਹੋਏ ਨੇ, ਚੰਡੀਗੜ੍ਹ ਦੇ ਵਿੱਚ ਇਹ ਸੇਵਾਵਾਂ ਦੇ ਰਹੇ ਨੇ ਸਕੂਲ ਦੇ ਵਿੱਚ, ਬਹੁਤ ਇਹਨਾਂ ਦਾ ਲੰਬਾ ਤਜਰਬਾ है। सर सत श्री अकाल जी। सत श्री अकाल जी। और सर ठीक ठाक हो जी? बहुत बहुत धन्यवाद आपको यहाँ पर बुलाने का। और
आपको बहुत बहुत बधाई। जी अच्छा, पंजाबी में सवाल पूछ लूँ, कोई प्रॉब्लम तो नहीं? हाँ अच्छा, ਮੌਜੂਦਾ ਸਿੱਖਿਆ ਨੂੰ ਕਿਵੇਂ ਵੇਖਦੇ ਹੋ? ਜਿਹੜੀ ਐਜੂਕੇਸ਼ਨ ਹੈ ਨਾ ਸਿਸਟਮ ਮੌਜੂਦਾ, ਕਿਵੇਂ ਵੇਖ ਰਹੇ ਹੋ ਤੁਸੀਂ? जो आजकल जो शिक्षा प्रणाली है उसमें नए नए बदलाव किए गए हैं। जो हमारी नई शिक्षा नीति है उसमें भी एक अलग सोच के साथ चीज़ों को रखा गया है। तो मेरा मानना है कि बच्चों को जो है अलग अलग तरह के अवसर मिलेंगे। जब बच्चे छठी सातवीं में आएंगे तो उनको अलग अलग विषयों को पढ़ने का मौका मिलेगा और अपनी पसंद के अनुसार, अपनी क्षमता के अनुसार वो अलग अलग विषयों का अध्ययन कर पाएंगे, जिससे कि जब वो 9वीं 10वीं या 11वीं 12वीं में जाएंगे तो उनके पास बहुत सारे अवसर होंगे कि वो चाहे वो मेडिकल फील्ड में जाएं, चाहे वो कॉमर्स फील्ड में जाएं, चाहे वो आर्ट्स में जाएं, तो कहीं पर भी बच्चा जो है अपना जो है स्ट्रीम चूज़ कर सकता है और आगे अपने जो है करियर को बना सकता है। तो इस संदर्भ में देखें तो जो नई शिक्षा नीति है वो काफ़ी अच्छी है, लेकिन जो पिछली शिक्षा नीति थी वो भी करीब करीब ऐसे ही थी। फ़र्क मुझे जहाँ तक लगता है कि हम कैसे इसको इम्प्लीमेंट करते हैं उसके ऊपर ज़्यादा जोर हमें देना चाहिए, क्योंकि विद्यालय में जो अध्यापक हैं उनको किस तरह से हम प्रशिक्षित करते हैं, कैसे उनकी ट्रेनिंग देते हैं, कैसे उनको अच्छे मुकाम तक पहुँचाते हैं, वो बहुत बड़ा एक चैलेंज होगा हमारे सभी शिक्षाविदों के लिए इस नई शिक्षा नीति को धरातल पर उतारने के लिए। ਅੱਛਾ, ਆਪਨੇ ਪੁਰਾਣੀ ਸਿੱਖਿਆ ਨੀਤੀ ਦੀ ਗੱਲ ਕੀਤੀ ਤੁਸੀਂ, ਉਹ ਤਾਂ ਪੁਰਾਣਾ ਸਿਸਟਮ ਉਵੇਂ ਦਾ ਹੀ ਸੀ। ਉਸ ਤੋਂ ਬਾਅਦ ਜਦੋਂ ਬੱਚਾ ਕੋਈ 10th ਪਾਸ ਕਰਦਾ, ਅੱਗੇ ਕੀ ਕਰਨਾ ਜੀ, ਪੰਜਾਬੀ ਦੇ ਐਮਏ ਕਰ ਲਓ, ਹਿਸਟਰੀ ਦੇ ਐਮਏ ਕਰ ਲਓ, ਉਹ ਵਿਸ਼ੇ ਹੁਣ ਪੁਰਾਤਨ ਹੋ ਗਏ ਨੇ। ਹੁਣ ਉਹਨਾਂ ਦੀ ਉਨੀ ਵੈਲਿਊ ਨਹੀਂ ਸਮਝੀ ਜਾਂਦੀ ਅੱਗੇ ਜਦੋਂ ਅਸੀਂ ਫੀਲਡ 'ਚ ਜਾਂਦੇ ਹਾਂ, ਜੌਬ ਲਈ ਜਾਂਦੇ ਹਾਂ। ਹੁਣ IT ਦਾ ਜ਼ਮਾਨਾ, ਹੁਣ ਹੋਰ ਨਵੇਂ ਉਸ ਦਾ ਜ਼ਮਾਨਾ, ਤੇ ਕਿਵੇਂ ਵੇਖਦੇ ਹੋ ਇਸ ਸਾਰੇ ਨੂੰ? तो इसीलिए जो नई शिक्षा नीति है उसके अंदर जो है जोर दिया गया है कि तीसरी क्लास से शुरू करते हुए बच्चों को जो है जो जीवन कौशल के विषय हैं उनके बारे में प्रशिक्षित किया जाए और उनके बारे में उनको अध्ययन करवाया जाए। इसके लिए हमारे जो अध्यापक हैं वो भी जो अपना प्रशिक्षण है उसको ले रहे हैं, और अलग अलग जो बोर्डों के माध्यम से भी सरकार ने जो है शिक्षा नीति को आगे बढ़ाने की कोशिश की है। मेरा ये मानना है कि अगर बच्चों को सही उम्र के अंदर जो है कौशल सिखाए जाएंगे तो वो अंकों वाली डिग्री के साथ साथ जो है अच्छी तरह से स्किल भी जान पाएंगे और बेहतर रोज़गार उनको मिल पाएंगे। क्योंकि आजकल जो है आजकल का जो समाज है, इंडस्ट्री है, उसमें ज़्यादातर लोगों को क्या चीज़ आती है वो ज़्यादा महत्व रखती है बजाय कि उनके कितने अंक हैं। तो अंकों से हटकर अगर हम इस पे ध्यान दे रहे हैं कि बच्चे ने क्या सिखलाई की है, क्या क्या उसके अंदर गुण है, क्या क्या वो कर सकता है समाज के लिए और कितना प्रशिक्षित है वो IT के लिए, इसके ऊपर निर्भर करता है। तो मुझे लगता है शिक्षा नीति एक बेहतर अवसर है आप जो आजकल की जो जनरेशन है उसके लिए, और मैं चाहूँगा कि बच्चे बढ़कर इसमें जो भाग लें और अपना भविष्य जो उज्जवल बनाएं। ਜੋ ਬੱਚੇ ਵਿਦੇਸ਼ ਜਾਂਦੇ ਨੇ, ਵੈਸੇ ਬਹੁਤ ਸਾਰੇ ਬੱਚੇ ਬਹੁਤ ਸੋਹਣੀ ਸਕਿੱਲ ਲੈ ਕੇ ਜਾਂਦੇ ਨੇ, ਉਹਨਾਂ ਨੂੰ ਅੱਛੇ ਰੁਜ਼ਗਾਰ ਮਿਲਦੇ ਆ ਉੱਥੇ, ਪਰ ਕਈਆਂ ਦੇ ਉੱਪਰ ਇਹ ਸਵਾਲ ਉੱਠਦੇ ਆ ਕਿ ਇਹਨਾਂ ਕੋਲ ਸਕਿੱਲ ਨਹੀਂ ਹੈ, ਇਹਨਾਂ ਨੂੰ ਪ੍ਰੈਕਟੀਕਲ ਨਹੀਂ ਆਉਂਦਾ, ਮਾਰਕਸ ਬਹੁਤ ਨੇ, ਤੇ ਉੱਥੇ ਕਿਤੇ ਨਾ ਕਿਤੇ ਸਾਡੀ ਸਿੱਖਿਆ 'ਤੇ ਸਵਾਲ ਉੱਠਦਾ। ਇਸ ਸਾਰੇ ਨੂੰ ਕਿਵੇਂ ਵੇਖਦੇ ਹੋ? ये देखिए, इसमें ऐसा है कि अब हमारे देश में आज की तारीख में अगर मैं कहूँ तो जितने विद्यालय और महाविद्यालय हैं आज से 10 वर्ष पूर्व जो है या 20 वर्ष पूर्व जो है उतने नहीं थे, और जो भी विद्यालय थे कम थे, उनमें जो है बेहतर अध्यापन हुआ करता था, बच्चों को अच्छी तरह से देखभाल करके जो है चीज़ें कराई जाती थी। आजकल बहुत सारे जो है स्कूल कॉलेज खुल गए हैं जहाँ पर कि कुछ जो है स्टाफ का अभाव है, कुछ बच्चों का रुझान भी कम होता है, उनका एक ही जो है दृष्टिकोण रहता है कि कैसे बच्चों के अधिक से अधिक नंबर लाएं और अखबारों में उनका नाम आए। वो कहीं पर वहाँ पर चूक कर जाते हैं बच्चों को जो है कौशल सिखाने में। बस यही फ़र्क है, और मैं तो ये कहूँगा कि बच्चों को जो है एक जो है पूरी तरह से जो कौशल है उसको जीवन में अपनाना चाहिए और अपना विकास मानसिक, शारीरिक, आध्यात्मिक तीनों तरह का विकास करना चाहिए, और बच्चों को जो है अच्छे से अच्छे गुण जो है सीखने चाहिए। ਸ਼ੁਕਰੀਆ ਗੁਲੇਰੀਆ ਸਾਹਿਬ, ਸਮਾਂ ਦਿੱਤਾ। थैंक यू वेरी मच, थैंक यू। ਸਿੱਖਿਆ ਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਆ? ਸਿੱਖਿਆ ਦਾ ਨੌਜਵਾਨਾਂ 'ਤੇ ਪ੍ਰਭਾਵ ਕਿਵੇਂ ਪੈ ਰਿਹਾ ਤੇ ਨੌਜਵਾਨਾਂ ਨੂੰ ਕੀ ਰਾਹ ਦਿਖਾ ਰਹੀ ਹੈ? ਸਮੁੱਚੀ ਗੱਲਬਾਤ ਕਰਨ ਲਈ ਸਾਡੇ ਨਾਲ ਸੁਸ਼ੀਲ ਗੋਇਲ ਜੀ ਜੁੜੇ ਹੋਏ ਨੇ, ਸਿੱਖਿਆ ਨਾਲ ਜੁੜੇ ਹੋਏ ਨੇ, ਔਰ ਬਹੁਤ ਵਾਰ ਇਹਨਾਂ ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ, ਤੁਹਾਨੇ ਮੈਨੂੰ ਇੱਥੇ ਮੌਕਾ ਦਿੱਤਾ। ਸਰ ਮੈਂ ਕਹਿਣਾ ਚਾਹੁੰਦਾ ਹੈਗਾ ਡਾਇਰੈਕਟਲੀ ਬੱਚਿਆਂ ਨੂੰ ਹੀ ਕਹਿਣਾ ਚਾਹੁੰਦਾ ਵੀ ਸਿੱਖਿਆ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ। ਹਰ ਚੀਜ਼ ਛੱਡ ਕੇ ਹਮੇਸ਼ਾ ਤੁਹਾਡਾ ਜਿਹੜਾ ਸਾਥ ਹੈ ਉਹ ਸਿੱਖਿਆ ਨੇ ਹੀ ਦੇਣਾ ਹੈ। ਉਹਦਾ ਰੀਜ਼ਨ ਇਹੀ ਹੈ ਕਿ ਜਿਹੜੀ ਮੂਹਰੇ ਅੱਗੇ ਆਪਾਂ
ਪਲੱਸ 2 ਕਰਕੇ ਬਾਹਰ ਦਾ ਰੁੱਖ ਕਰ ਲਿਆ ਸੀਗਾ, ਬਾਹਰ ਜਾਣ ਦਾ। ਹੁਣ ਉੱਥੇ ਬਹੁਤ ਜ਼ਿਆਦਾ ਕ੍ਰਾਈਸਿਸ ਵੱਧ ਚੁੱਕੇ ਨੇ, ਜੌਬ ਨਹੀਂ ਹੈਗੀਆਂ। ਤਾਂ ਮੈਂ ਤੁਹਾਨੂੰ ਇਹੀ ਇੱਕ ਰਿਕੁਐਸਟ ਹੀ ਕਰਨਾ ਚਾਹਾਂਗਾ ਵੀ ਸਿੰਸੀਅਰਲੀ ਮਤਲਬ ਬਹੁਤ ਧਿਆਨ ਨਾਲ ਸਿੱਖਿਆ ਕਰੋ, ਪੜ੍ਹਾਈ ਪੂਰੀ ਕਰੋ, ਅੱਛੇ ਮਾਰਕ ਲੈ ਕੇ, ਅੱਛੇ ਨੰਬਰ ਲੈ ਕੇ ਤੁਸੀਂ ਇੱਥੇ ਹੀ ਬਹੁਤ ਜ਼ਿਆਦਾ ਸਕੋਪ ਹੈਗੇ ਨੇ, ਬਿਜ਼ਨਸ ਦੇ ਵੀ ਸਕੋਪ ਬਹੁਤ ਜ਼ਿਆਦਾ ਹੈਗੇ ਨੇ, ਨੌਕਰੀਆਂ ਵੀ ਬਹੁਤ ਹੈਗੀਆਂ ਨੇ। ਅਤੇ ਬਸ ਮੈਂ ਇਹੀ ਬੇਨਤੀ ਹੈ ਵੀ ਸਿੰਸੀਅਰਲੀ ਵਧੀਆ ਢੰਗ ਨਾਲ ਸਿੱਖਿਆ ਲਓ, ਗ੍ਰਹਿਣ ਕਰੋ ਸਿੱਖਿਆ, ਅਤੇ ਇਹੀ ਤੁਹਾਡਾ ਫਿਊਚਰ ਹੈ, ਇਹੀ ਤੁਹਾਡੇ ਕੰਮ ਆਉਣੀ ਹੈ। ਅੱਛਾ, ਇੱਕ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਸਰ, ਉਸ 'ਤੇ ਗੱਲ ਕਰਨੀ ਜ਼ਰੂਰ ਬਣਦੀ ਹੈ। ਨਵੀਂ ਸਿੱਖਿਆ ਨੀਤੀ ਦੇ ਬਹੁਤ ਕੁਝ ਨਵਾਂ ਆ ਰਿਹਾ ਗਾ। ਬਹੁਤ ਲੋਕ ਇਹਨੂੰ ਕਹਿ ਰਹੇ ਆ ਕਿ ਇਹਦਾ ਨਿੱਜੀਕਰਨ ਹੋ ਰਿਹਾ, ਪ੍ਰਾਈਵੇਟ ਹੋ ਰਹੀ ਆ ਜ਼ਿਆਦਾ, ਬਹੁਤ ਜ਼ਿਆਦਾ ਗੱਲਾਂ ਕਹਿ ਕੇ ਕ੍ਰਿਟੀਸਾਈਜ਼ ਕੀਤਾ ਜਾ ਰਿਹਾ। ਕਿਵੇਂ ਵੇਖਦੇ ਹੋ ਇਹਨੂੰ ਸਾਰੇ ਨੂੰ? ਸਰ, ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈਗੀ ਹੈ, ਐਕਚੁਅਲ ਇਹ ਮਤਲਬ ਪ੍ਰੈਕਟੀਕਲ ਦੇ ਉੱਪਰ ਆ ਰਹੀ ਹੈ, ਬੁੱਕਸ ਦੇ ਨਾਂ ਪ੍ਰੈਕਟੀਕਲ ਦੇ ਉੱਪਰ ਆ ਰਹੀ ਹੈ। ਵਧੀਆ ਹੈਗੀ ਹੈ। ਬੱਚੇ ਜਿਸ ਤਰ੍ਹਾਂ ਆਪਾਂ ਅੱਗੇ 5 ਸਾਲ ਦੇ ਬੱਚੇ ਦੇ ਉੱਪਰ ਐਜੂਕੇਸ਼ਨ ਦਾ ਬਰਡਨ ਬਹੁਤ ਜ਼ਿਆਦਾ ਪਾ ਦਿੰਦੇ ਸੀਗੇ, ਇਹ ਨਹੀਂ ਹੈਗਾ। ਉਹਨਾਂ ਨੇ ਦੱਸਿਆ ਵੀ ਬੱਚਾ ਜਦੋਂ 8-9 ਸਾਲ ਦਾ ਹੁੰਦਾ, ਉਸ ਤੋਂ ਬਾਅਦ ਤੁਸੀਂ ਇਹਨੂੰ ਬੱਚੇ ਨੂੰ ਸਟੱਡੀ ਵੱਲ ਲੈ ਕੇ ਜਾਓ। ਪਹਿਲਾਂ ਉਹਨੂੰ ਸਿਰਫ ਇੱਕ ਟੋਇਜ਼ ਨਾਲ ਜਾਂ ਉਹਦਾ ਸਿਖਾਓ, ਪ੍ਰੈਕਟੀਕਲੀ ਸਿਖਾਓ। ਜਿਵੇਂ ਪਲਾਂਟ ਹੈ, ਪੜ੍ਹਾਉਣ ਦੀ ਲੋੜ ਨਹੀਂ ਹੈਗੀ, ਉਹਨੂੰ ਪਲਾਂਟ ਦਿਖਾਓ ਵੀ ਇਹ ਪਲਾਂਟ ਹੈ। ਇਹ ਸਿੱਖਿਆ ਨੀਤੀ ਵਧੀਆ ਹੈਗੀ ਹੈ, ਇਸਦਾ ਕੋਈ ਇੱਦਾਂ ਦਾ ਕੋਈ ਮਤਲਬ ਨਹੀਂ ਹੈਗਾ। ਬਾਕੀ ਹਰ ਇੱਕ ਦੀ ਸਮਝ ਅਲੱਗ-ਅਲੱਗ ਹੈਗੀ ਹੈ। ਪਰ ਹੁਣ ਤਾਂ ਤੁਸੀਂ ਵਜਨ ਦੀ ਗੱਲ ਕੀਤੀ, ਹੁਣ ਤਾਂ ਨਰਸਰੀ ਤੋਂ ਲੈ ਕੇ LKG ਦੇ ਬੱਚਿਆਂ ਦੇ ਵੀ ਇੰਨੇ ਬਸਤੇ ਭਾਰੀ ਕਿ ਬੱਚੇ ਵਿਚਾਰੇ ਬੁਰਾ ਹਾਲ ਹੋ ਜਾਂਦਾ, ਚੱਕ ਹੀ ਨਹੀਂ ਲਿਜਾ ਸਕਦੇ। ਇਹੀ ਗੱਲ ਮੈਂ ਸਰ ਕਰ ਰਿਹਾ, ਜਿਹੜੀ NEP ਹੈ, ਨਵੀਂ ਸਿੱਖਿਆ ਨੀਤੀ, ਇਹੀ ਕਹਿੰਦੀ ਹੈ ਵੀ 5th ਕਲਾਸ ਤੱਕ ਬੁੱਕਸ ਵੀ ਨਾ ਦਿਓ ਚਾਹੇ ਬੱਚੇ ਨੂੰ। ਇਹੀ ਗੱਲ ਕਰ ਰਿਹਾ ਮੈਂ, ਇਹੀ ਗੱਲ ਕਰ ਰਿਹਾ ਸਰ, ਜਿਹੜੀ ਹੁਣ ਇਹ ਲਾਗੂ ਹੋਣੀ, ਇੰਪਲੀਮੈਂਟ 2024 'ਚ ਇੰਪਲੀਮੈਂਟ ਕਰ ਦੇਣੀ ਹੈ ਪੂਰੀ ਤਰ੍ਹਾਂ। ਉਹ ਇਹੀ ਹੈ, ਪ੍ਰੈਕਟੀਕਲ ਸਿਖਾਓ ਬੱਚੇ ਨੂੰ, ਬੁੱਕਸ ਨਾ ਪ੍ਰੈਕਟੀਕਲ ਸਿਖਾਓ। ਬੁੱਕਸ ਦਾ ਕੰਮ ਹੀ ਨਹੀਂ ਰਹਿਣਾ ਹੈਗਾ, ਬਹੁਤ ਛੋਟੇ ਬੱਚੇ ਵਾਸਤੇ ਬੁੱਕਸ ਦਾ ਕੋਈ ਕੰਮ ਨਹੀਂ ਰਹਿਣਾ। ਗੋਇਲ ਸਾਹਿਬ ਦਾ ਕਹਿਣਾ ਕਿ ਆਉਣ ਵਾਲੀ ਜਿਹੜੀ ਨਵੀਂ ਸਿੱਖਿਆ ਨੀਤੀ ਆ 2024 ਤੋਂ ਲਾਗੂ ਹੋਣੀ ਆ, ਉਹ ਪ੍ਰੈਕਟੀਕਲੀ ਆ, ਕਿਤਾਬਾਂ ਨਾਲੋਂ, ਥਿਊਰੀ ਨਾਲੋਂ, ਉਹਦੇ ਨਾਲੋਂ ਸਾਡਾ ਖਹਿੜਾ ਛੁਡਾਏਗੀ। ਕਿਉਂਕਿ ਹੁਣ ਤੱਕ ਜਿਹੜਾ ਸਾਡਾ ਟ੍ਰੈਡੀਸ਼ਨਲ ਸਿਸਟਮ ਚੱਲਦਾ ਆ ਰਿਹਾ ਸੀ, ਸਾਨੂੰ ਕਿਤਾਬੀ ਕੀੜੇ ਉਹ ਬਣਾਇਆ ਜਾ ਰਿਹਾ ਸੀ। ਪਰ ਜਿਵੇਂ ਵਿਦੇਸ਼ਾਂ ਦੇ ਵਿੱਚ ਸਿਸਟਮ ਆ ਵੀ ਉਹਨਾਂ ਨੂੰ ਪ੍ਰੈਕਟੀਕਲ ਸਿਖਾਇਆ ਜਾਵੇ, ਜਿੰਨਾ ਚਿਰ ਭਾਵੇਂ ਬੱਚਿਆਂ ਤੋਂ ਨਰਸਰੀ ਤੋਂ ਸ਼ੁਰੂ ਕੀਤਾ ਜਾਵੇ, ਖਿਡੌਣੇ ਨਾਲ ਸਿਖਾਇਆ ਜਾਵੇ। ਸੋ ਕਦੋਂ ਇਹ ਲਾਗੂ ਹੁੰਦੀ ਹੈ, ਕਦੋਂ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਆ, ਲੋਕ ਇਹਨੂੰ ਕਿੰਨਾ ਕੁ ਪ੍ਰਵਾਨ ਕਰਦੇ ਆ, ਉਹ ਅੱਗੇ ਆਪਾਂ ਭਵਿੱਖ ਦੇ ਵਿੱਚ ਦੇਖਾਂਗੇ। ਗੋਇਲ ਸਾਹਿਬ, ਜਦੋਂ ਵੀ ਸਿੱਖਿਆ ਦਾ ਸਵਾਲ ਉੱਠਦਾ ਨਾ ਵੀ ਸਿੱਖਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਿੱਖਿਆ ਸਾਡੇ ਯੂਥ ਨੂੰ ਕੀ ਸਹੀ ਰਾਹ ਦਿਖਾ ਰਹੀ ਹੈ? ਜਾਂ ਜਦੋਂ ਯੂਥ ਬਾਹਰ ਜਾਂਦਾ ਹੈ, ਵਿਦੇਸ਼ਾਂ ਦੇ ਵਿੱਚ ਜਾਂਦਾ, ਉੱਥੇ ਅਕਸਰ ਇਹ ਕਹਿ ਦਿੰਦੇ ਆ ਕਿ ਯਾਰ ਇਹ ਕਿਸੇ ਉਸ ਨਾਲ ਬੁੱਕੇ ਨਹੀਂ ਜੁੜੇ ਹੈਗੇ ਵੀ ਇਹਨਾਂ ਨੂੰ ਵਧੀਆ ਕਿਤੇ ਰੁਜ਼ਗਾਰ ਮਿਲ ਸਕੇ। ਤਾਂ ਸਾਰੀਆਂ ਗੱਲਾਂ ਬਾਤਾਂ 'ਤੇ ਆਪਾਂ ਗੱਲਬਾਤ ਕਰਾਂਗੇ। DP ਠਾਕੁਰ ਜੀ ਸਾਡੇ ਨਾਲ ਜੁੜੇ ਹੋਏ ਨੇ, ਪ੍ਰਿੰਸੀਪਲ ਨੇ, ਲੰਬਾ ਇਹਨਾਂ ਦਾ ਤਜਰਬਾ ਹੈ ਸਿੱਖਿਆ ਦੇ ਖੇਤਰ 'ਚ। ਆਪਾਂ ਗੱਲਬਾਤ ਕਰਾਂਗੇ। ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਦੋਂ ਆਪਾਂ ਸਿੱਖਿਆ ਦੀ ਗੱਲ ਕਰਦੇ ਹਾਂ ਨਾ ਜੀ, ਤਾਂ ਪਹਿਲਾ ਸਵਾਲ ਇਹੀ ਉੱਠਦਾ ਵੀ ਸਿੱਖਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਵਿਦਿਆਰਥੀ ਨੂੰ ਉਹਦੇ ਮੁਕਾਮ ਤੱਕ ਲੈ ਜਾਏ? ਦੇਖਿਓ, ਸਿੱਖਿਆ ਦਾ ਮੇਨ ਉਦੇਸ਼ ਹੈਗਾ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ। ਇਹਦਾ ਬੇਸ ਹੈਗਾ ਕਿ ਜਿਹੜੀ ਬੇਸਿਕ ਆਪਣੀ ਨੌਲੇਜ ਹੈਗੀ ਹੈ, ਬੱਚੇ ਦਾ ਜਿਹੜਾ ਗਿਆਨ ਹੈ, ਸਭ ਤੋਂ ਵੱਡੀ ਚੀਜ਼ ਹੈ ਕਿ ਅੱਜ ਦੇ ਸੰਸਕਾਰ ਜਿਹੜੇ ਕਿ ਐਕਚੁਅਲੀ ਲੁਪਤ ਹੋ ਰਹੇ ਨੇ। ਅਤੇ ਐਜੂਕੇਸ਼ਨ ਦੇ ਵਿੱਚ ਬੱਚੇ ਨੂੰ ਐਕਚੁਅਲੀ ਕੀ ਹੈ, ਪੁਰਾਣੇ ਸਮੇਂ ਤੋਂ ਇੱਕ ਪੁਰਾਣੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਜਿਹੜੀ ਕਿ ਸਾਡੇ ਕਿਸੇ ਕੰਮ ਦੇ ਵਿੱਚ ਕਈ ਜਗ੍ਹਾ 'ਤੇ ਨਹੀਂ ਆਉਂਦੀਆਂ ਨੇ, ਰਾਈਟ। ਲੇਕਿਨ ਹੁਣ ਅੱਜ ਦੀ ਜਿਹੜੀ ਡਿਮਾਂਡ ਹੈ ਲੇਟੈਸਟ, ਉਹ ਹੈਗੀ ਹੈ ਕਿ ਬੱਚਾ ਸਕਿੱਲਫੁਲ ਹੋਣਾ ਚਾਹੀਦਾ, ਉਹਨੂੰ ਹਰ ਚੀਜ਼ ਆਉਣੀ ਚਾਹੀਦੀ ਹੈ, ਬੱਚਾ ਆਲਰਾਊਂਡਰ ਹੋਣਾ ਚਾਹੀਦਾ। ਅਤੇ ਇਹ ਐਜੂਕੇਸ਼ਨ ਦਾ ਮੇਨ ਪਰਪਸ, ਉਹ ਆਪਣੀ ਜਿਹੜੀ ਨਵੀਂ ਪਾਲਿਸੀ ਆ ਰਹੀ ਹੈ, ਆਈ ਹੋਪ ਕਿ ਇਸ ਚੀਜ਼ ਨੂੰ ਉਹ ਕੰਪਲੀਟ ਕਰੂਗੀ। ਬਹੁਤ ਸਾਰੇ ਆਪਾਂ ਸੁਣਨ ਨੂੰ ਮਿਲਿਆ ਜਿਹੜੇ ਸਿੱਖਿਆ ਸ਼ਾਸਤਰੀ ਨੇ, ਉਹ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਠੀਕ ਨਹੀਂ ਸਮਝ ਰਹੇ, ਕਿਤੇ ਨਾ ਕਿਤੇ ਕ੍ਰਿਟੀਸਾਈਜ਼ ਕਰ ਰਹੇ ਆ। ਉਹਨੂੰ ਕਿਵੇਂ ਵੇਖਦੇ ਹੋ? ਉਹਦੇ ਵਿੱਚ ਕੀ ਹੈਗਾ ਕਿ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ, ਐਕਚੁਅਲੀ ਉਹਨੂੰ ਐਕਸੈਪਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਕਿਉਂਕਿ ਜਦੋਂ ਤੱਕ ਆਪਾਂ ਉਹਦੇ ਵਿੱਚ ਖੁੱਬਾਂਗੇ ਨਹੀਂ, ਉਹਦੇ ਡੂੰਘਾਈ ਤੱਕ ਜਾਵਾਂਗੇ ਨਹੀਂ, ਕਿਸੇ ਚੀਜ਼ ਨੂੰ ਆਪਾਂ ਇੰਪਲੀਮੈਂਟ ਨਹੀਂ ਕਰਾਂਗੇ, ਉਦੋਂ ਤੱਕ ਆਪਾਂ ਨੂੰ ਉਹਦੇ ਮੈਰਿਟਸ ਤੇ ਡੀਮੈਰਿਟਸ ਦੇ ਵਿੱਚ ਆਪਾਂ ਗੱਲ ਨਹੀਂ ਕਰ ਸਕਦੇ। ਲੇਕਿਨ ਨਵੀਂ ਪਾਲਿਸੀ ਦੇ ਵਿੱਚ ਜਿਹੜਾ ਕਿ ਹੈਗਾ ਵੀ ਇੱਕ ਕਿਸੇ ਵੀ ਸਟੇਟ ਦਾ ਜਿਹੜੀ 5ਵੀਂ ਤੱਕ ਦੀ ਐਜੂਕੇਸ਼ਨ ਹੈ, ਉਹ ਸਟੇਟ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਹੈ। ਜਿੱਦਾਂ ਆਪਾਂ ਪੰਜਾਬ 'ਚ ਰਹਿੰਦੇ ਹਾਂ ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ, ਮਾਤਰੀ ਭਾਸ਼ਾ ਹੈ। ਨੈਚੁਰਲੀ ਹੈ, ਜੇ ਬੱਚਾ 5ਵੀਂ ਤੱਕ ਪੰਜਾਬੀ ਪੜ੍ਹੇਗਾ ਚੰਗੀ ਤਰ੍ਹਾਂ, ਅਤੇ ਉਹ ਕਿਸੇ ਵੀ ਸਬਜੈਕਟ ਨੂੰ ਉਹਦੇ ਵਿੱਚ ਸਮਝੂਗਾ। ਨੋ ਡਾਊਟ ਕਿ ਅੱਜ ਕੱਲ੍ਹ ਇੰਗਲਿਸ਼ ਦਾ ਜ਼ਮਾਨਾ ਹੈ, ਬੱਚਾ ਬਾਹਰ ਜਾਂਦਾ, ਉਹਨੂੰ ਫਲੂਐਂਸੀ ਆਉਣੀ ਚਾਹੀਦੀ ਹੈ। ਲੇਕਿਨ ਸਾਡੇ ਵਰਗੇ 6ਵੀਂ ਤੋਂ ਅਸੀਂ ਇੰਗਲਿਸ਼ ਪੜ੍ਹੀ ਹੈ ਅਤੇ ਅਸੀਂ ਇੰਗਲਿਸ਼ ਬੋਲ ਸਕਦੇ ਹਾਂ, ਅਸੀਂ ਹਰ ਬੰਦੇ ਨਾਲ ਗੱਲ ਕਰ ਸਕਦੇ ਹਾਂ। ਅਤੇ ਇਹ ਕੋਈ ਇੰਨਾ ਵੱਡਾ ਚੈਲੰਜ ਨਹੀਂ ਹੈਗਾ। ਇਹ ਚੈਲੰਜ ਉਹਨਾਂ ਵਾਸਤੇ ਹੈ ਜਿਹੜੇ ਕਿ ਜਿਨ੍ਹਾਂ ਨੇ ਇੰਗਲਿਸ਼ ਸ਼ੁਰੂ ਤੋਂ ਇੰਗਲਿਸ਼ ਹੀ ਬੋਲੀ ਹੈ, ਉਹਨਾਂ ਨੂੰ ਪੰਜਾਬੀ ਬੋਲਣੀ ਔਖੀ ਹੈ। ਪਰ ਜੇ ਆਪਾਂ ਜਿਹੜੀ ਸਟੇਟ 'ਚ ਰਹਿ ਰਹੇ ਨੇ, ਜਿਹੜੇ ਦੇਸ਼ 'ਚ ਰਹਿ ਰਹੇ ਨੇ, ਜੇ ਅਸੀਂ ਮਾਤਰੀ ਭਾਸ਼ਾ ਨਹੀਂ ਬੋਲਾਂਗੇ, ਅਸੀਂ ਮਾਂ ਬੋਲੀ ਨਹੀਂ ਬੋਲਾਂਗੇ, ਜੇ ਅਸੀਂ ਉਹਦਾ ਸਤਿਕਾਰ ਨਹੀਂ ਕਰਾਂਗੇ,
ਤੇ ਫਿਰ ਅਸੀਂ ਕਰਾਂਗੇ ਕੀ? ਪਰ ਦੇਖਦੇ ਹਾਂ ਆਪਾਂ ਸਿਸਟਮ ਦੇ ਵਿੱਚ, ਸਮਾਜ ਦੇ ਵਿੱਚ ਬਹੁ ਗਿਣਤੀ, ਜੇਕਰ ਪੰਜਾਬ ਦੇ ਬਹੁ ਗਿਣਤੀ ਸਕੂਲਾਂ ਦੀ ਗੱਲ ਕਰੀਏ, ਤੁਸੀਂ ਮਾਤਰ ਭਾਸ਼ਾ ਦੀ ਗੱਲ ਕੀਤੀ, ਤਾਂ ਮਾਤ ਭਾਸ਼ਾ ਤਾਂ ਖੁੱਡੇ ਲੈਣ ਲਈ ਵੀ ਆ, ਪੰਜਾਬੀ ਦਾ ਤਾਂ ਬੁਰਾ ਹਾਲ ਹੋਇਆ ਪਿਆ। ਉਹਦੇ ਰੀਜ਼ਨ ਕੁਝ ਹੈਗੇ ਨੇ ਐਕਚੁਅਲੀ ਇਨ ਐਜੂਕੇਸ਼ਨ ਸਿਸਟਮ ਦੇ ਵਿੱਚ ਨਾ, ਚੈਲੰਜ ਇਨ ਦਾ ਸੈਂਸ ਕਿ ਪੇਰੈਂਟਸ ਦੀ ਐਕਸਪੈਕਟੇਸ਼ਨ, ਸਮਾਜ ਦੀ ਇੱਕ ਡਿਮਾਂਡ ਕਿ ਨਹੀਂ, ਮਾਂ ਪਿਓ ਜਿਹੜੇ ਨਹੀਂ ਪੜ੍ਹੇ ਲਿਖੇ ਨੇ ਉਹ ਕਹਿੰਦੇ ਜੀ ਅਸੀਂ ਤਾਂ ਪੰਜਾਬੀ ਬੋਲਦੇ ਰਹੇ ਤੇ ਹੁਣ ਸਾਡਾ ਬੱਚਾ ਤਾਂ ਇੰਗਲਿਸ਼ ਬੋਲੇ। ਉਹ ਸੁਣ ਕੇ ਬੜੇ ਖੁਸ਼ ਹੁੰਦੇ ਆ ਕਿ ਬੱਚਾ ਇੰਗਲਿਸ਼ ਬੋਲੇ। ਉਹ ਕਈ ਸਕੂਲਾਂ ਦੀ ਕਹਿ ਲਓ ਮਜਬੂਰੀ ਹੋ ਜਾਂਦੀ ਹੈ ਸਕੂਲ ਵਾਲਿਆਂ ਦੀ, ਚਾਹੇ ਐਡਮਿਸ਼ਨ ਪਰਪਸ ਲਈ ਹੈਗਾ ਹੈ, ਚਾਹੇ ਬੱਚੇ ਦੇ ਸਟੈਂਡਰਡ ਲਈ ਹੈਗਾ ਹੈ, ਪਰ ਨੋ ਡਾਊਟ ਸਾਡੇ ਵਰਗੇ ਜਿਹੜੇ ਪਹਿਲਾਂ ਪੰਜਾਬੀ ਪੜ੍ਹਾਉਂਦੇ ਆ, ਉਸ ਤੋਂ ਬਾਅਦ ਉਹਨੂੰ ਇੰਗਲਿਸ਼ ਪੜ੍ਹਾਉਂਦੇ ਆ। ਤੇ ਅੱਜ ਜਿਹੜੇ ਵੀ ਬੱਚੇ ਬਾਹਰ ਜਾ ਰਹੇ ਨੇ ਉਹ ਵਧੀਆ ਆਪਣਾ ਸਾਰਾ ਕੁਝ ਕਲੀਅਰ, ਆਇਲਸ ਵਗੈਰਾ ਸਭ ਐਵਰੀਥਿੰਗ ਕਲੀਅਰ ਕਰਦੇ ਨੇ। ਇੱਦਾਂ ਦੀ ਕੋਈ ਗੱਲ ਨਹੀਂ। ਮੈਨੂੰ 30 ਸਾਲ ਐਜੂਕੇਸ਼ਨ 'ਚ ਹੋ ਗਏ ਔਰ 30 ਸਾਲ ਪੰਜਾਬ 'ਚ ਹੀ ਹੋ ਗਏ, ਤੇ ਮੈਨੂੰ ਲੱਗਦਾ ਕੋਈ ਇਦਾਂ ਦੀ ਕੋਈ ਗੱਲ ਹੈਗੀ ਹੈ। ਕਿਉਂਕਿ ਇਹ ਗੱਲਾਂ ਕਈ ਵਾਰੀ ਨਾ ਸਮਾਜ 'ਚ ਦੇਖਣ ਨੂੰ ਆਉਂਦੀਆਂ, ਵਿਰੋਧ ਵੀ ਹੁੰਦਾ ਮਾਤ ਭਾਸ਼ਾ ਦੇ ਹੱਕ ਦੇ ਵਿੱਚ, ਰੈਲੀਆਂ ਨਿਕਲਦੀਆਂ ਨੇ, ਵੱਡੀਆਂ ਵੱਡੀਆਂ ਕਾਨਫਰੰਸਾਂ ਦੇ ਵਿੱਚ ਇਹ ਗੱਲਾਂ ਉਠਾਈਆਂ ਜਾਂਦੀਆਂ। ਕੀ ਲੱਗਦਾ ਅੰਗਰੇਜ਼ੀ ਹੁਣ ਫੈਸ਼ਨ ਟ੍ਰੈਂਡ ਬਣਦਾ ਜਾ ਰਿਹਾ ਹੈਗਾ ਸਾਡਾ ਨਰਸਰੀ ਤੋਂ ਹੀ? ਇਹਨੂੰ ਆਪਾਂ ਐਕਚੁਅਲੀ ਫੈਸ਼ਨ ਤਾਂ ਨਹੀਂ ਕਹਿ ਸਕਦੇ ਆ, ਲੇਕਿਨ ਡਿਮਾਂਡ ਕਹਿ ਸਕਦੇ ਆ, ਪੇਰੈਂਟਸ ਦੀ ਐਕਸਪੈਕਟੇਸ਼ਨ ਕਹਿ ਸਕਦੇ ਆ। ਕਿਉਂਕਿ ਹਰ ਮਾਂ ਪਿਓ ਚਾਹੁੰਦਾ ਵੀ ਮੇਰਾ ਬੱਚਾ ਇੰਗਲਿਸ਼ ਬੋਲੇ, ਹੈ ਨਾ, ਤੇ ਇੰਗਲਿਸ਼ ਗੱਲ ਕਰੇ, ਕਿਤੇ ਬੈਠੇ ਜਾ ਕੇ ਉਹਨਾਂ ਦੇ ਨਾਲ ਇੰਗਲਿਸ਼ 'ਚ ਗੱਲ ਕਰੇ ਤੇ ਉਹਨੂੰ ਉਹ ਮਾਣ ਫੀਲ ਕਰਦੇ ਆ। ਲੇਕਿਨ ਉਹ ਪੰਜਾਬੀ ਆ ਕੇ ਬੋਲੇ ਤੇ ਉਹਨੂੰ ਮਾਣ ਨਹੀਂ ਫੀਲ ਕਰਦੇ। ਪਰ ਮੇਰਾ ਕਹਿਣ ਦਾ ਮਤਲਬ ਇਹ ਹੈ, ਜੇ ਅਸੀਂ ਪੰਜਾਬ ਨਾਲ ਜੁੜੇ ਤੇ ਪਹਿਲਾਂ ਸਾਨੂੰ ਪੰਜਾਬੀ ਆਉਣੀ ਚਾਹੀਦੀ ਹੈ, ਉਸ ਤੋਂ ਬਾਅਦ ਨੋ ਡਾਊਟ ਬੱਚਾ ਆਲਰਾਊਂਡਰ ਹੋਣਾ ਚਾਹੀਦਾ। ਪਰ ਉਹਦੇ ਲਈ ਸਮਾਂ ਬਹੁਤ ਹੈ ਸਿੱਖਣ ਲਈ। ਇਹ ਕੋਈ ਮੁਸ਼ਕਿਲ ਕੰਮ ਥੋੜ੍ਹੇ ਨਹੀਂ ਹੈ। ਜਿਸ ਦਿਨ ਤੁਸੀਂ ਸ਼ੁਰੂ ਕਰੋਗੇ ਉਸੇ ਦਿਨ ਤੁਹਾਡਾ ਕੰਮ ਸ਼ੁਰੂ ਹੋ ਜਾਣਾ ਹੈ। ਮੈਂ ਤੁਹਾਨੂੰ ਦੱਸਦਾ ਵੀ ਹੁਣ ਮੈਂ 6ਵੀਂ ਦੇ ਵਿੱਚ ਜਾ ਕੇ ਇੰਗਲਿਸ਼ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਅਸੀਂ ਮਾਤਰੀ ਭਾਸ਼ਾ ਪੜ੍ਹੀ ਹੈ, ਤੇ 6th ਔਨਵਰਡ ਅੱਜ ਤੱਕ ਆਪਾਂ ਨੂੰ ਜਿਹੜੇ ਮਰਜ਼ੀ ਮਾਹੌਲ 'ਚ ਬਿਠਾ ਲਓ, ਪੰਜਾਬੀ ਵਾਲਿਆਂ ਨਾਲ ਪੰਜਾਬੀ 'ਚ ਗੱਲ ਕਰਦੇ ਹਾਂ, ਹਿੰਦੀ ਵਾਲਿਆਂ ਨਾਲ ਹਿੰਦੀ 'ਚ ਗੱਲ ਕਰਦੇ ਹਾਂ, ਇੰਗਲਿਸ਼ ਵਾਲਿਆਂ ਨਾਲ ਇੰਗਲਿਸ਼ 'ਚ ਗੱਲ ਕਰਦੇ ਹਾਂ। ਤੇ ਮੈਂ ਇੱਕ ਆਪਣਾ ਗਵਰਨਮੈਂਟ ਸਕੂਲ 'ਚ ਪੜ੍ਹਿਆ ਆਇਆ, ਤੇ ਮੈਨੂੰ 15 ਸਾਲ ਤਾਂ ਐਜ਼ ਏ ਪ੍ਰਿੰਸੀਪਲ ਹੋ ਗਏ। ਬਿਲਕੁਲ। ਤੇ ਹਰ ਤਰ੍ਹਾਂ ਦੇ ਸਿਸਟਮ ਨੂੰ ਡੀਲ ਕਰੀਦਾ ਹੈ। ਇਸ ਵੇਲੇ ਮੈਂ 65 ਸਕੂਲਾਂ ਦਾ ਡਾਇਰੈਕਟਰ ਹੈ ਆਪਣੇ ਸੌਦਿਆਂ ਦਾ। ਕੀ ਬਾਤ ਹੈ। ਤੇ 10 ਸਾਲ ਮੈਂ ਸੈਕਟਰੀ ਰਿਹਾ, ਤੇ ਸਾਰੇ ਬੰਦੇ ਨਾਲ ਗੱਲ ਕਰੀਦੀ ਹੈ, ਡੀਲ ਕਰੀਦੀ ਹੈ। ਜੇ ਅਸੀਂ ਕੈਨੇਡਾ 'ਚ ਆਈਏ ਤਾਂ ਉਹਨਾਂ ਨਾਲ ਉੱਥੇ ਗੱਲ ਕਰੀਦੀ ਹੈ। ਤੇ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਵੱਡਾ ਚੈਲੰਜ ਹੈਗਾ। ਇਹ ਚੈਲੰਜ ਸਿਰਫ ਸਾਡੇ ਸੋਚ ਦਾ ਹੈ ਕਿ ਅਸੀਂ ਸੋਚਦੇ ਕਿਵੇਂ। ਮਤਲਬ ਕਿਸੇ ਚੀਜ਼ ਨੂੰ ਆਪਾਂ ਬਹੁਤ ਵੱਡਾ ਲੈ ਲਈਏ ਤੇ ਉਹ ਭਾਰੀ ਹੋ ਜਾਂਦੀ ਹੈ, ਮੁਸ਼ਕਲ ਸਮਝੀਏ ਤੇ ਬੜਾ ਮੁਸ਼ਕਲ ਹੋ ਜਾਂਦਾ ਹੈ। ਤੇ ਮੇਰਾ ਐਕਚੁਅਲੀ ਪੇਰੈਂਟਸ ਨੂੰ ਵੀ ਇਹੀ ਮੈਸੇਜ ਹੈ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਬੱਚਾ ਜਦੋਂ ਚਾਹੇ ਉਦੋਂ ਸਰਕਾਰੀ ਸਕੂਲ ਤੋਂ ਪੜ੍ਹ ਕੇ ਵੀ, ਪ੍ਰਾਈਵੇਟ ਸਕੂਲਾਂ ਤੋਂ ਪੜ੍ਹ ਕੇ, ਨੋ ਡਾਊਟ ਸਟੈਂਡਰਡ ਜਿਹੜਾ ਸਟੱਡੀ ਦਾ ਸਟੈਂਡਰਡ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਹੈ ਕਿ ਬੱਚੇ ਦੀ ਸਪੈਸ਼ਲ ਕੇਅਰ ਕੀਤੀ ਜਾਂਦੀ ਹੈ, ਸਪੈਸ਼ਲ ਧਿਆਨ ਰੱਖਿਆ ਜਾਂਦਾ ਹੈ, ਖਰਚਾ ਵੱਧ ਕੀਤਾ ਜਾਂਦਾ ਹੈ ਨਾ, ਤੇ ਬੱਚੇ ਦੀ ਕੇਅਰ ਪ੍ਰੋਪਰ ਕੀਤੀ ਜਾਂਦੀ ਹੈ ਵੀ ਚਾਰੋਂ ਪਾਸੇ ਬੱਚੇ ਦਾ ਧਿਆਨ ਰੱਖਿਆ ਜਾਂਦਾ ਤਾਂ ਕਿ ਚੌਮੁਖੀ ਉਹਦਾ ਵਿਕਾਸ ਹੋਵੇ, ਜਿਹੜਾ ਕਿ ਅਸੀਂ ਐਕਚੁਅਲੀ ਸਾਰੇ ਹੀ ਕਰ ਰਹੇ ਨੇ, ਅਸੀਂ ਸਕੂਲ ਵਾਲੇ ਵੀ ਕਰ ਰਹੇ ਨੇ, ਤਾਂ ਕਿ ਬੱਚਿਆਂ ਦੀ ਵਧੀਆ ਗਰੋਥ ਹੋਵੇ ਜ਼ਿੰਦਗੀ ਵਿੱਚ ਕਿਤੇ ਵੀ ਜਾਣ। ਕਿ ਬੱਚਾ ਜਦੋਂ ਅਸੀਂ ਇਹ ਸੋਚਦੇ ਹਾਂ ਜਦੋਂ +2 ਤੋਂ ਬਾਅਦ ਬੱਚਾ ਬਾਹਰ ਨਿਕਲੇ ਨਾ, ਉਹ ਕਿਸੇ ਵੀ ਮਕਾਮ 'ਤੇ ਜਾਵੇ, ਕਿਸੇ ਕੰਟਰੀ ਜਾਵੇ, ਕਿਸੇ ਦੇਸ਼ ਜਾਵੇ, ਇੰਡੀਆ 'ਚ ਹੀ ਰਵੇ, ਪਰ ਉਹ ਕਿਤੇ ਵੀ ਮਾਤ ਨਾ ਖਾਵੇ। ਜਦੋਂ ਅਸੀਂ ਇਸ ਸੋਚ ਨਾਲ ਚੱਲਾਂਗੇ, ਇਸ ਵਿਜ਼ਨ ਨਾਲ ਚੱਲਾਂਗੇ, ਮੈਨੂੰ ਲੱਗਦਾ ਕੋਈ ਲਾਈਫ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ। ਬਿਲਕੁਲ, ਕਿਉਂਕਿ ਭਾਸ਼ਾ ਤਾਂ ਸਿਰਫ ਭਾਸ਼ਾ, ਇੰਗਲਿਸ਼, ਹਿੰਦੀ, ਪੰਜਾਬੀ ਕੋਈ ਵੀ ਹੋ ਸਕਦੀ, ਔਰ ਭਾਸ਼ਾ ਸਿੱਖਣੀ ਮਾੜੀ ਨਹੀਂ ਹੈ। ਉਹ ਇੱਕ ਕਮਿਊਨੀਕੇਸ਼ਨ ਦਾ ਇੱਕ ਸਾਧਨ ਹੈ। ਆਪਾਂ ਜਿਸ ਵੀ ਕਿਸੇ ਸਟੇਟ 'ਚ ਜਾਂਦੇ ਹਾਂ, ਕੰਟਰੀ 'ਚ ਜਾਂਦੇ ਹਾਂ, ਉੱਥੇ ਆਪਾਂ ਨੂੰ ਉੱਥੋਂ ਦੀ ਭਾਸ਼ਾ ਨਾਲ ਕਰਨਾ ਪੈਣਾ, ਸਹਿਚਾਰ ਮਿਲਾਉਣਾ ਪੈਣਾ, ਫਿਰ ਹੀ ਆਪਾਂ ਕੋਈ ਚੀਜ਼ ਲੈਣ ਦੇਣ ਕਰ ਸਕਦੇ ਹਾਂ। ਪਰ ਬਹੁ ਗਿਣਤੀ ਸਾਡੀ ਜਿਹੜੀ ਧਾਰਨਾ ਬਣ ਗਈ ਆ, ਉਹ ਇਹ ਬਣ ਗਈ ਆ ਵੀ ਇੰਗਲਿਸ਼ ਜਿਹੜੀ ਹੈਗੀ ਆ ਇੰਟੈਲੀਜੈਂਟ ਹੋਣ ਦਾ ਸਰਟੀਫਿਕੇਟ ਆ। ਇਹ ਸੋਚ ਨੂੰ ਤਾਂ ਮੈਂ ਗਲਤ ਕਹੂੰਗਾ ਐਕਚੁਅਲੀ। ਇਹ ਇੰਗਲਿਸ਼ ਹੀ ਆਉਂਦੀ ਹੈ ਤੇ ਉਹੀ ਸਟੈਂਡਰਡ ਹੈਗਾ, ਮੈਂ ਇਹਦੇ ਐਕਚੁਅਲੀ ਖਿਲਾਫ ਹੈ। ਨੋ ਡਾਊਟ ਸਾਡੇ ਸਕੂਲ ਇੰਗਲਿਸ਼ ਮੀਡੀਅਮ ਸਕੂਲ ਹੈਗੇ ਨੇ, ਲੇਕਿਨ ਕੀ ਹੈਗਾ ਜਦੋਂ ਅਸੀਂ ਪੰਜਾਬ 'ਚ ਜਾਂ ਕਿਸੇ ਵੀ ਸਟੇਟ 'ਚ ਜਾਂਦੇ ਆ, ਐਕਚੁਅਲੀ ਜਿਹੜੀ ਸਟੇਟ 'ਚ ਅਸੀਂ ਜਾਂਦੇ ਆ ਉਹ ਸਟੇਟ ਦੀ ਲੈਂਗੁਏਜ ਦੇ ਬਾਰੇ ਸਾਨੂੰ ਜਾਣਕਾਰੀ ਪਹਿਲਾਂ ਹੋਣੀ ਚਾਹੀਦੀ। ਪਹਿਲਾਂ ਮੈਂ ਇਹ ਸਮਝਦਾ ਜੇ ਅਸੀਂ ਪੰਜਾਬ 'ਚ ਰਹਿੰਦੇ ਸਾਨੂੰ ਪੰਜਾਬੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਕਿਉਂਕਿ ਸਾਰਿਆਂ ਨਾਲ ਕਮਿਊਨੀਕੇਸ਼ਨ, ਹੁਣ ਸਾਡੇ ਬਜ਼ੁਰਗ ਪੜ੍ਹੇ ਲਿਖੇ ਤਾਂ ਹੈ ਨਹੀਂ, ਜੇ ਅਸੀਂ ਉਹਨਾਂ ਨਾਲ ਇੰਗਲਿਸ਼ 'ਚ ਗੱਲ ਕਰਾਂਗੇ ਫਿਰ ਉਹਨੂੰ ਸਮਝ ਨਹੀਂ ਆਉਣੀ। ਤੇ ਬੱਚੇ ਨੂੰ ਪਹਿਲਾਂ ਬੇਸਿਕ ਘਰ ਦੀ ਲੈਂਗੁਏਜ ਪਤਾ ਹੋਣੀ ਚਾਹੀਦੀ ਹੈ। ਇੰਗਲਿਸ਼ ਤਾਂ ਜਿਹੜਾ ਐਕਚੁਅਲੀ ਜਿਹਨੂੰ ਆਪਾਂ ਸਟੈਂਡਰਡ ਮੰਨਦੇ ਹਾਂ, ਨੋ ਡਾਊਟ ਹੌਲੀ ਹੌਲੀ ਉਹ ਆਟੋਮੈਟਿਕਲੀ ਬੱਚਿਆਂ ਨੂੰ ਆ ਜਾਂਦੀ ਹੈ। ਮੈਂ ਕਿਹਾ ਮੈਨੂੰ 30 ਸਾਲ ਐਜੂਕੇਸ਼ਨ 'ਚ ਹੋ ਗਏ, ਮੈਨੂੰ ਕਦੇ ਨਹੀਂ ਲੱਗਿਆ ਕਿ ਕਿਸੇ ਬੱਚੇ ਨੂੰ ਕੋਈ ਇੰਗਲਿਸ਼ ਮੁਸ਼ਕਿਲ ਲੱਗੀ ਹੈ ਜਾਂ ਬੱਚਾ ਬਾਹਰ ਜਾ ਕੇ ਨਹੀਂ ਕਮਿਊਨੀਕੇਟ ਕਰ ਸਕਦਾ। ਸਾਡੇ ਸਕੂਲ ਦੇ ਬੱਚੇ ਬਹੁਤ ਵਧੀਆ ਕਮਿਊਨੀਕੇਟ ਕਰਦੇ ਆ। ਕਈ ਵਾਰ ਅਸੀਂ ਸੋਚਦੇ ਜਿਹੜੇ ਕਨਵੈਂਟ ਸਕੂਲਾਂ ਦੇ ਬੱਚੇ ਕਮਿਊਨੀਕੇਸ਼ਨ ਕਰਦੇ ਆ ਇੰਗਲਿਸ਼ ਦੇ ਵਿੱਚ, ਸਾਡੇ ਬੱਚੇ ਉਹਨਾਂ ਨਾਲੋਂ ਬੈਟਰ ਕਰਦੇ ਆ, ਉਹਨਾਂ ਦੇ ਬਰਾਬਰ ਕਰਦੇ ਆ। ਤੇ ਇਹ ਤਾਂ ਸਿਰਫ ਸੋਚ ਦਾ ਫਰਕ ਹੈ। ਨਵੀਂ ਸਿੱਖਿਆ ਨੀਤੀ ਨਵਾਂ ਇੱਕ ਸਵੇਰਾ ਲੈ ਕੇ ਆਊਗੀ ਐਜੂਕੇਸ਼ਨ ਦੇ ਖੇਤਰ 'ਚ? ਦੇਖੋ ਉਮੀਦ ਤਾਂ ਹੈਗੀ ਹੈ, ਬਾਕੀ ਡਿਪੈਂਡ ਕਰਦਾ ਇਹਦੇ ਮੈਰਿਟਸ ਡੀਮੈਰਿਟਸ। ਮੈਂ ਤੁਹਾਨੂੰ ਦੱਸਿਆ ਵੀ ਡਿਪੈਂਡ ਕਰਦਾ ਜਦੋਂ ਕੋਈ ਚੀਜ਼ ਇੰਪਲੀਮੈਂਟ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਮੈਰਿਟਸ ਤੇ ਡੀਮੈਰਿਟਸ, ਮਤਲਬ ਕੀ ਚੰਗਾ ਕੀ ਮਾੜਾ ਬਣੂਗਾ, ਉਹ ਬਾਅਦ ਦੇ ਵਿੱਚ ਪਤਾ ਲੱਗਦਾ ਹੈ। ਪਰ ਨੋ ਡਾਊਟ ਜਿੱਦਾਂ ਕਿ 5ਵੀਂ ਤੱਕ ਹਰ ਸਟੇਟ ਦਾ ਇੱਕ ਬੇਸ, ਜਿਹੜੀ ਸਟੇਟ ਦੀ ਜਿਹੜੀ ਲੈਂਗੁਏਜ ਹੈਗੀ ਹੈ ਬੱਚੇ ਨੂੰ ਉਸ ਵਿੱਚ ਚੀਜ਼ ਪੜ੍ਹਾਇਆ ਜਾਏਗਾ, ਦੱਸਿਆ ਜਾਏਗਾ,
ਐਟ ਲੀਸਟ ਉਹਨੂੰ ਜਿਹੜੇ ਆਪਣੇ ਸਟੇਟ ਦੇ ਜਿਹੜੇ ਸੰਸਕਾਰ ਨੇ ਉਹਨਾਂ ਨੂੰ ਸਮਝਣ ਦੇ ਬਾਰੇ ਜਿਹੜੇ ਕਿ ਬੱਚੇ ਜਿਨ੍ਹਾਂ ਚੀਜ਼ ਤੋਂ ਦੂਰ ਜਾ ਰਹੇ ਨੇ। ਅੱਜ ਦਾ ਬੱਚਾ ਬਹੁਤ ਦੂਰ ਇਹਨਾਂ ਚੀਜ਼ਾਂ ਤੋਂ ਜਾ ਰਿਹਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਚਾਚਾ ਚਾਚੀ ਨਾਲ ਕਿ ਮਾਂ ਪਿਓ ਨਾਲ ਭੈਣ ਭਰਾਵਾਂ ਨਾਲ ਕਿਵੇਂ ਡੀਲ ਕਰਨਾ ਜੀ। ਐਟ ਲੀਸਟ ਉਹਨੂੰ ਇਹ ਚੀਜ਼ਾਂ ਮਾਤਰੀ ਭਾਸ਼ਾ ਦੇ ਵਿੱਚ ਸਿਖਾਈਆਂ ਜਾਣਗੀਆਂ, ਦੱਸਿਆ ਜਾਊਗਾ, ਉਸ ਚੀਜ਼ ਨੂੰ ਉਹ ਸਮਝੂਗਾ ਤੇ ਸ਼ਾਇਦ ਉਹਦਾ ਬੈਨੀਫਿਟ ਬੱਚੇ ਨੂੰ ਫॉर ਫਿਊਚਰ ਜ਼ਿਆਦਾ ਹੋਏਗਾ। ਬਿਲਕੁਲ ਸ਼ੁਕਰੀਆ ਠਾਕੁਰ ਸਾਹਿਬ, ਸਮਾਂ ਥੈਂਕ ਯੂ ਜੀ, ਕੱਢਿਆ। ਮਿਹਰਬਾਨੀ। ਨਵੀਂ ਸਿੱਖਿਆ ਨੀਤੀ ਕੀ ਨਵਾਂ ਲੈ ਕੇ ਆਉਂਦੀ ਆ, ਉਹਦੇ ਸਮਾਜ ਦੇ ਵਿੱਚ ਤੇ ਸਿੱਖਿਆ ਖੇਤਰ 'ਚ ਕੀ ਪ੍ਰਭਾਵ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਸਾਡੇ ਲਈ ਵੱਡਾ ਸਵਾਲ ਰਹੇਗਾ। ਹੋਰ ਵੀ ਸਿੱਖਿਆ ਨਾਲ ਜੁੜੇ ਹੋਏ, ਸਕੂਲਾਂ ਨਾਲ ਜੁੜੇ ਹੋਏ ਮਾਹਿਰਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕੈਮਰਾਮੈਨ ਅਮਰਤ ਦੇ ਨਾਲ ਮੈਂ ਹਰਜਿੰਦਰ ਸਿੱਧੂ।